ਪਿਆਰੇ ਵਿਦਿਆਰਥੀਓ, ਅੱਜ ਜਿਹੜਾ ਵਿਸ਼ਾ ਆਪਾਂ ਕਰਾਂਗੇ, ਜਿਹੜੇ ਟੌਪਿਕ ਤੇ ਗੱਲ ਕਰਾਂਗੇ, ਉਸ ਦਾ ਨਾਮ ਹੈ ਪ੍ਰਭੂਸੱਤਾ, ਅਰਥ ਪਰਿਭਾਸ਼ਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ। ਪ੍ਰਭੂਸੱਤਾ ਦਾ ਕੀ ਅਰਥ ਹੈ, ਉਹਦਾ ਮੀਨਿੰਗ ਕੀ ਹੈ, ਐਟਰੀਬਿਊਟਸ ਕਿਆ ਨੇ ਤੇ ਟਾਈਪਸ ਉਹਦੀਆਂ ਕਿਆ ਨੇ, ਉਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ, ਅੱਜ ਅਸੀਂ ਉਹਦੇ ਬਾਰੇ ਚਰਚਾ ਕਰਾਂਗੇ। ਇੰਟਰੋਡਕਸ਼ਨ ਦੀ ਆਪਾਂ ਗੱਲ ਕਰਦੇ, ਪ੍ਰਭੂਸੱਤਾ ਦੀ ਮੈਂ ਪਹਿਲਾਂ ਵੀ ਤੁਸੀਂ ਸ਼ਾਇਦ ਗੱਲ ਕਰ ਚੁੱਕੇ ਹਾਂ। ਸਟੇਟ ਬਾਰੇ ਗੱਲ ਹੋ ਰਹੀ ਹੈ, ਲਗਾਤਾਰ ਗੱਲ ਹੋ ਰਹੀ ਹੈ, ਤੇ ਆਪਾਂ ਨੂੰ ਲੱਗਦਾ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਪਿਆਰੇ ਵਿਦਿਆਰਥੀਓ ਵੀ ਪ੍ਰਭੂਸੱਤਾ ਹੁੰਦੀ ਕਿਆ ਹੈ। ਪਰ ਫਿਰ ਵੀ ਇੱਕ ਵੱਖਰਾ ਲੈਸਨ ਹੈ, ਇਹਦੇ ਦੋ ਸਿਧਾਂਤ ਨੇ, ਇੱਕ ਇੱਕਵਾਦੀ ਸਿਧਾਂਤ ਹੈ ਇਹਦਾ, ਇੱਕ ਬਹੁਵਾਦੀ ਸਿਧਾਂਤ ਹੈ। ਇਸ ਕਰਕੇ ਅੱਜ ਦਾ ਜਿਹੜਾ ਪਾਠ ਹੈ ਇਹ ਆਪਾਂ ਸਧਾਰਨ ਸਭਾ ਵਿੱਚ ਕਹਿ ਸਕਦੇ ਹਾਂ ਕਿ ਪ੍ਰਭੂਸੱਤਾ ਤੋਂ ਭਾਵ ਹੈ ਕਿ ਸਮਾਜ ਵਿਚਲੇ ਲੋਕਾਂ ਅਤੇ ਸੰਸਥਾਵਾਂ ਦੇ ਮੁਕਾਬਲੇ ਵਿੱਚ ਕੇਂਦਰੀ ਸਰਕਾਰ ਦੀ ਅਸੀਮ ਅਤੇ ਸਰਵਉੱਚ ਸ਼ਕਤੀ। ਕਿ ਜਦੋਂ ਆਪਾਂ ਇੱਕ ਸਟੇਟ ਬਣਾ ਲਈ, ਸਟੇਟ ਦਾ ਇੱਕ ਪ੍ਰਭੂ ਸੋਵਰਨ ਨਿਯੁਕਤ ਕਰ ਦਿੱਤਾ, ਰਾਜਾ ਨਿਯੁਕਤ ਕਰ ਦਿੱਤਾ, ਤਾਂ ਉਹਦੀਆਂ ਜਿਹੜੀਆਂ ਤਾਕਤਾਂ ਨੇ ਉਹ ਸਟੇਟ ਦੇ ਵਿੱਚ ਮੰਨਣਯੋਗ ਨੇ ਤੇ ਉੱਥੋਂ ਦੇ ਲੋਕਾਂ ਨੂੰ ਉਹ ਸਟੇਟ ਨੂੰ ਮੰਨਣੀਆਂ ਪੈਂਦੀਆਂ ਨੇ ਤੇ ਉਹ ਜਾਂ ਮੰਨਣੀਆਂ ਚਾਹੀਦੀਆਂ ਨੇ। ਠੀਕ ਹੈ ਜੀ। ਪ੍ਰਭੂਸੱਤਾ ਦਾ ਇੱਕਵਾਦੀ ਸਿਧਾਂਤ, ਜਿਹੜੀ ਇੰਟਰੋਡਕਸ਼ਨ ਭੂਮਿਕਾ ਦੀ ਜਦੋਂ ਆਪਾਂ ਗੱਲ ਕਰਾਂਗੇ, ਪ੍ਰਭੂਸੱਤਾ ਦਾ ਇੱਕਵਾਦੀ ਸਿਧਾਂਤ ਮੱਧਕਾਲੀਨ ਯੂਰਪ ਵਿੱਚ ਸਾਮੰਤਵਾਦ ਵਿਰੁੱਧ ਇੱਕ ਪ੍ਰਤੀਕਰਮ ਵਜੋਂ ਹੋਂਦ ਵਿੱਚ ਆਇਆ ਸੀ। ਇਸ ਦਾ ਮੰਤਵ ਸਮੰਤਾ ਉੱਤੇ ਰਾਜ ਦੀ ਸ੍ਰੇਸ਼ਟਤਾ ਨੂੰ ਸਥਾਪਿਤ ਕਰਨਾ ਅਤੇ ਰਾਜ ਨੂੰ ਚਰਚ ਦੀ ਵਿਰੋਧੀ ਸੱਤਾ ਤੋਂ ਮੁਕਤ ਕਰਾਉਣਾ ਸੀ। ਮੱਧਕਾਲ ਅਜਿਹਾ ਯੁੱਗ ਸੀ ਜਦੋਂ ਪੋਪ ਨੇ ਐਲਾਨ ਕਰ ਦਿੱਤਾ ਸੀ ਕਿ ਚਰਚ ਰਾਜ ਦੇ ਅਧੀਨ ਨਹੀਂ ਹੈ, ਸਗੋਂ ਮੁਕਤ ਹੈ ਅਤੇ ਸਮੰਤ ਵੀ ਆਪਣੇ ਆਪਣੇ ਖੇਤਰ ਵਿੱਚ ਸੁਤੰਤਰ ਤੇ ਸ਼ਕਤੀਸ਼ਾਲੀ ਹਨ। ਇਸ ਜੱਦੋ-ਜਹਿਦ ਵਿੱਚ ਵਪਾਰਕ ਸ਼੍ਰੇਣੀ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਰਾਜੇ ਦਾ ਸਾਥ ਦਿੱਤਾ। ਸੁਧਾਰਵਾਦੀ ਲਹਿਰ ਚੱਲੀ ਅਤੇ ਸਮੰਤਵਾਦੀ ਸ਼ਾਸਨ ਦਾ ਪਤਨ ਹੋ ਗਿਆ। ਨਿਰੰਕੁਸ਼ਤਾਵਾਦ। ਵਿਦਿਆਰਥੀਓ, ਜਦੋਂ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਗੱਲ ਦੱਸੀ ਹੈ ਵੀ ਜਦੋਂ ਇੱਕ ਜਿਹੜਾ ਸਿਧਾਂਤ ਹੈ ਸਮੰਤਵਾਦੀ ਆਇਆ, ਠੀਕ ਹੈ ਜੀ, ਤੇ ਉਹਦੇ ਜਿਹੜਾ ਪੋਪ ਸੀਗਾ, ਹੁਣ ਪੋਪ ਕਿਆ ਹੈ, ਪੋਪ ਬੈਨੇਡਿਕਟ ਹੈ, ਜਿੱਦਾਂ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਧਰਮ ਹੈ ਜਾਂ ਜਿਹੜੀ ਸਾਡੀ ਮਤਲਬ ਧਰਮ ਦੀ ਗੱਲ ਹੈ, ਤਾਂ ਉਸ ਵੇਲੇ ਇੱਕ ਬੜਾ ਇਹ ਹਾਵੀ ਮੁੱਦਾ ਹੋ ਗਿਆ ਵੀ ਜਿਹੜਾ ਚਰਚ ਹੈ, ਪੋਪ ਹੈ, ਉਹਨੇ ਅਨਾਊਂਸ ਕਰਤਾ ਵੀ ਸਟੇਟ ਦੇ ਅੰਡਰ ਨਹੀਂ ਹੈ। ਠੀਕ ਹੈ ਜੀ। ਉਹ ਇੰਨਾ ਜ਼ਿਆਦਾ ਹਾਵੀ ਹੋ ਗਿਆ ਕਿ ਸਟੇਟ ਨੂੰ ਮਤਲਬ ਉਹ ਰਨ ਕਰਨ ਲੱਗ ਗਿਆ। ਸਟੇਟ ਦੀਆਂ ਪੋਸੀਬਿਲਿਟੀਆਂ, ਜੋ ਸਟੇਟ ਦੀਆਂ ਕੰਮਕਾਰ ਸੀਗੇ, ਉਹਦੇ ਕਾਨੂੰਨ ਤੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਤਲਬ ਇਹਦੇ ਉਦਾਹਰ ਵਜੋਂ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਉਹ ਫਿਰ ਸੁਧਾਰਵਾਦੀ ਲਹਿਰ ਚੱਲੀ। ਸੁਧਾਰਵਾਦੀ ਲਹਿਰ ਦੇ ਬਾਅਦ ਹੀ ਫਿਰ ਜਿਹੜਾ ਉਹ ਪ੍ਰਮੁੱਖਤਾ ਬਣੀ, ਸੁਪਰੀਮੇਸੀ ਬਣੀ। ਉਸ ਤੋਂ ਬਾਅਦ ਰਾਸ਼ਟਰ ਰਾਜ ਹੋਂਦ ਵਿੱਚ ਆਉਣ ਲੱਗਾ, ਸਮਝੌਤਾ ਹੋ ਗਿਆ। ਠੀਕ ਹੈ ਜੀ। ਫਿਰ ਇਹਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ 1688 ਵਿੱਚ ਇੰਗਲੈਂਡ ਵਿੱਚ ਨਿਰੰਕੁਸ਼ ਰਾਜ ਦੀ ਥਾਂ ਤੇ ਯੂਰਪ ਵਿੱਚ ਸੰਵਿਧਾਨਿਕ ਸਰਕਾਰਾਂ ਦੀ ਸਥਾਪਨਾ ਦੀ ਮੰਗ ਹੋਣ ਲੱਗੀ। ਇਹ ਰਾਜ ਦੀ ਸਰਵਉੱਚ ਤੇ ਅਸੀਮ ਸ਼ਕਤੀ ਉੱਤੇ ਸੀਮਾਵਾਂ ਲਗਾਉਣ ਦੇ ਯਤਨ ਸਨ। ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਰਾਜ ਦਾ ਪ੍ਰਭੂ ਸੱਤਾ ਉੱਤੇ ਇੱਕ ਮਾਤਰ ਅਧਿਕਾਰ ਨਹੀਂ, ਕਿਉਂਕਿ ਸਮਾਜ ਵਿੱਚ ਅਨੇਕਾਂ ਸੰਸਥਾਵਾਂ ਤੇ ਸਮੂਹ ਜਿਹੇ ਹਨ ਜੋ ਰਾਜ ਜਿੰਨੇ ਹੀ ਮਹੱਤਵਪੂਰਨ ਹੋਣ। ਇਹੀ ਵਿਚਾਰ ਅੱਗੇ ਜਾ ਕੇ ਬਹੁਵਾਦੀ ਸਿਧਾਂਤ ਵਜੋਂ ਵਿਕਸਿਤ ਹੋਇਆ। ਬਹੁਵਾਦ, ਪਲੂਰਲਿਜ਼ਮ। ਇਹ ਤਾਂ ਹੋ ਗਿਆ ਇੱਕਵਾਦੀ, ਜਿਹਨੂੰ ਆਪਾਂ ਕਿਹਾ ਵੀ ਮੱਧਕਾਲੀਨ ਵਿੱਚ ਇੱਕਵਾਦੀ ਹੋ ਗਈ। ਜਦੋਂ ਮੈਂ ਡਿਕਟੇਟਰਸ਼ਿਪ ਦੀ ਗੱਲ ਕਰਦਾ, ਪੋਲਿਸੀ ਦੀ ਦੋ ਤਰ੍ਹਾਂ ਦੀ ਪਾਵਰਸ ਹੁੰਦੀ ਹੈ ਵਿਦਿਆਰਥੀਓ। ਇੱਕ ਹੁੰਦੀ ਹੈ ਯੂਨਿਟਰੀ ਪਾਵਰ, ਇੱਕ ਹੁੰਦੀ ਹੈ ਜਿੱਦਾਂ ਆਪਾਂ ਸ਼ਕਤੀਆਂ ਦੀ ਵੰਡ ਦੀ ਗੱਲ ਕਰਦੇ ਹਾਂ ਵੀ ਸ਼ਕਤੀਆਂ ਦਾ ਕੇਂਦਰੀਕਰਨ ਹੋ ਗਿਆ, ਸ਼ਕਤੀਆਂ ਦਾ ਵਿਕੇਂਦਰੀਕਰਨ ਹੋ ਗਿਆ। ਸੈਂਟਰਲਾਈਜੇਸ਼ਨ ਆਫ ਪਾਵਰ, ਡੀਸੈਂਟਰਲਾਈਜੇਸ਼ਨ ਆਫ ਪਾਵਰ। ਮਤਲਬ ਸ਼ਕਤੀਆਂ ਦਾ ਵਿਕੇਂਦਰੀਕਰਨ ਹੈ ਵੀ ਸ਼ਕਤੀਆਂ ਨੂੰ ਵੰਡ ਦੇਣਾ। ਜੇ ਆਪਾਂ ਕਿਸੇ ਸਿਸਟਮ ਨੂੰ ਚਲਾਉਣਾ ਹੈ, ਰਾਜ ਨੂੰ ਚਲਾਉਣਾ ਹੈ, ਸੰਸਥਾ ਨੂੰ ਚਲਾਉਣਾ ਹੈ, ਤਾਂ ਸ਼ਕਤੀਆਂ ਦਾ ਵੰਡਣਾ ਜ਼ਰੂਰੀ ਹੈ। ਜੇ ਸਿਸਟਮ ਨੂੰ ਆਪਾਂ ਠੀਕ ਦੇਖ ਕੇ ਨਹੀਂ ਚਲਾਉਣਾ ਤਾਂ ਉੱਥੇ ਸ਼ਕਤੀਆਂ ਦੀ ਏਕਤਾ ਹੁੰਦੀ। ਜਿੱਦਾਂ ਅੰਗਰੇਜ਼ਾਂ ਦੀ ਆਪਾਂ ਰਾਜ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੇ ਸਮੇਂ ਕਿਹਾ ਸੀਗਾ ਵੀ ਸ਼ਕਤੀਆਂ ਇੱਕ ਵਿਅਕਤੀ ਕੋਲ ਸੀਗੀਆਂ। ਜਿਹੜਾ ਸਾਡਾ ਸਿਸਟਮ ਸੀਗਾ, ਅਦਾਲਤਾਂ ਦਾ ਨਿਆਇਕ ਸਿਸਟਮ ਸੀਗਾ, ਬੜਾ ਕ੍ਰਿਟੀਕਲ ਸੀਗਾ ਤੇ ਇਹ ਕੋਈ ਵਿਅਕਤੀ ਸੌਖੇ ਤਰੀਕੇ ਨਾਲ ਨਿਆਂ ਪ੍ਰਾਪਤ ਨਹੀਂ ਕਰ ਸਕਦਾ ਸੀਗਾ। ਇਕਾਤਮਕ ਗਵਰਨਮੈਂਟ ਸੀਗੀ, ਮਤਲਬ ਬੜਾ ਹਾਰਡ ਐਂਡ ਫਾਸਟ ਸੀਗਾ ਵੀ ਸਾਰੇ ਕਾਨੂੰਨ ਉਹਨਾਂ ਦੇ ਇੱਕ ਹੱਥ ਵੀ ਸੀਗੇ, ਮਤਲਬ ਪਾਵਰਜ਼ ਡਿਸਟਰੀਬਿਊਸ਼ਨ ਨਹੀਂ ਸੀਗੀ। ਇਸੇ ਕਰਕੇ ਇਹ ਜਿਹੜਾ ਇੱਕਵਾਦੀ ਹੈ ਤੇ ਬਹੁਵਾਦੀ ਹੈ, ਉਹਦੀ ਆਪਾਂ ਇਹ ਗੱਲ ਕਰ ਰਹੇ ਹਾਂ। ਹੁਣ ਬਹੁਵਾਦ ਕਿਆ ਹੈ? ਪਲੂਰਲਿਜ਼ਮ ਦੀ ਧਾਰਨਾ ਰਾਜ ਦੇ ਅਸੀਮ ਅਧਿਕਾਰਾਂ ਤੇ ਨਿਰੰਕੁਸ਼ ਸ਼ਕਤੀ ਦੇ ਵਿਰੁੱਧ ਇੱਕ ਪ੍ਰਤੀਕਰਮ ਹੈ। ਰਾਜ ਪ੍ਰਭੂਸੱਤਾ ਦੇ ਇੱਕਵਾਦੀ ਸਿਧਾਂਤ ਦਾ ਨਤੀਜਾ ਨਾਜ਼ੀਵਾਦ ਤੇ ਫਾਸੀਵਾਦ ਵਰਗੇ ਰਾਸ਼ਟਰਵਾਦ ਦੇ ਰੂਪ ਵਿੱਚ ਸਾਹਮਣੇ ਆਇਆ, ਜੋ ਕਿ ਨਾ ਸਿਰਫ ਵਿਅਕਤੀਗਤ ਸੁਤੰਤਰਤਾ ਤੇ ਲੋਕਤੰਤਰ ਲਈ ਘਾਤਕ ਸਿੱਧ ਹੋਇਆ, ਸਗੋਂ ਵਿਸ਼ਵ ਯੁੱਧ ਦਾ ਕਾਰਨ ਵੀ ਬਣਿਆ। ਇਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ। ਹਿਟਲਰ ਦੀ ਗੱਲ ਆਉਂਦੀ ਹੈ ਵੀ ਹਿਟਲਰ ਨੇ ਇਹ ਅਨਾਊਂਸ ਕਰਤਾ ਵੀ ਜਿਹੜੇ ਵਿਅਕਤੀ ਉਹਦਾ ਧਰਮ ਜਾਂ ਉਹ ਸਿਧਾਂਤ ਲਾਗੂ ਕਰ ਰਿਹਾ ਸੀਗਾ ਨਹੀਂ ਮੰਨਦੇ, ਉਹਨਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਰੱਖ ਕੇ ਮਾਰ ਦਿੱਤਾ ਜਾਵੇ।
ਬੜੀ ਉੱਥੇ ਖੂਨ ਖਰਾਬਾ ਹੋਇਆ, ਬੜੀ ਵਿਅਕਤੀਆਂ ਨੂੰ ਮਾਰਿਆ ਗਿਆ। ਠੀਕ ਹੈ ਜੀ। ਇਸ ਕਰਕੇ ਇਹ ਜਿਹੜਾ ਸਿਧਾਂਤ ਸੀਗਾ ਇਹ ਬੜਾ ਹੀ ਆਲੋਚਨਾਤਮਕ ਸੀਗਾ। ਤਾਂ ਜੋ ਜਿਹੜਾ ਫਿਰ ਵਿਅਕਤੀ ਦੀ ਜਿਹੜੀ ਸੁਤੰਤਰਤਾ ਦੀ ਇਹ ਬੜਾ ਘਾਤਕ ਸਿੱਧ ਹੋਇਆ ਜੀ। ਆਪਾਂ ਗੱਲ ਕੀਤੀ ਵੀ ਯੁੱਧ ਦਾ ਕਾਰਨ ਵੀ ਬਣਿਆ ਪਹਿਲੇ ਦਾ। ਇਸ ਲਈ ਬਹੁਵਾਦੀਆਂ ਨੇ ਰਾਜ ਦੀ ਸੱਤਾ ਤੇ ਰੋਕ ਲਾਉਣ ਦਾ ਯਤਨ ਕੀਤਾ। ਬਹੁਵਾਦ ਰਾਜ ਦੇ ਪ੍ਰਭੂ ਸੱਤਾ ਤੇ ਇੱਕਮਾਤਰ ਅਧਿਕਾਰ ਦੀ ਆਲੋਚਨਾ ਦੀ ਨਿਖੇਧੀ ਕਰਦਾ ਹੈ। ਇਹਦੇ ਸਮਰਥਕਾਂ ਦਾ ਮਤ ਹੈ ਕਿ ਰਾਜ ਵਿਚਲੀਆਂ ਹੋਰ ਸੰਸਥਾਵਾਂ ਤੇ ਸਮੂਹਾਂ ਨੂੰ ਰਾਜ ਜਿੰਨੀ ਮਹੱਤਤਾ ਮਿਲਣੀ ਚਾਹੀਦੀ ਹੈ, ਪ੍ਰਭੂ ਸੱਤਾ ਵਿੱਚ ਵੀ ਹਿੱਸਾ ਵੀ ਦੋਨਾਂ 'ਚ ਹੋਣਾ ਚਾਹੀਦਾ। ਮਤਲਬ ਦੂਜੇ ਸ਼ਬਦਾਂ ਵਿੱਚ ਬਹੁਵਾਦ ਰਾਜ ਤੋਂ ਇਲਾਵਾ ਸਮਾਜ ਵਿੱਚ ਸ਼ਕਤੀ ਦੇ ਹੋਰ ਕੇਂਦਰਾਂ ਨਾਲ ਧਿਆਨ ਦਿਵਾਉਂਦਾ ਹੈ, ਜੋ ਵਿਅਕਤੀ ਲਈ ਰਾਜ ਜਿੰਨੇ ਮਹੱਤਵਪੂਰਨ ਹਨ। ਇਹਨਾਂ ਸਮੂਹਾਂ ਤੇ ਸੰਸਥਾਵਾਂ ਦੀ ਆਪਣੀ ਇੱਕ ਸੁਤੰਤਰ ਹੋਂਦ ਤੇ ਜੀਵਨ ਹੈ। ਰਾਜ ਦੁਆਰਾ ਇਹਨਾਂ ਸਮੂਹਾਂ ਨੂੰ ਮਾਨਤਾ ਤੇ ਸਵੀਕ੍ਰਿਤ ਦਿੱਤੀ ਜਾਂਦੀ ਹੈ, ਕਿਉਂਕਿ ਸਵਰਾਜ ਜਿਹੜਾ ਸਮਾਜ ਹੈ ਉਹ ਪੂਰੀ ਤਰ੍ਹਾਂ ਇਹਨਾਂ ਦੇ ਉੱਪਰ ਨਿਰਭਰ ਹੈ। ਠੀਕ ਹੈ ਜੀ। ਅਗਲਾ ਜਿਹੜਾ ਪੁਆਇੰਟ ਆਪਣੇ ਕੋਲ ਬਣਦਾ ਹੈ ਵਿਦਿਆਰਥੀਓ, ਉਹ ਹੈਗਾ ਮੀਨਿੰਗ ਐਂਡ ਡੈਫੀਨੇਸ਼ਨ ਆਫ ਸੋਵਰੇਨਟੀ। ਇਹ ਮਤਲਬ ਆਪਾਂ ਗੱਲ ਕਰਦੇ ਹਾਂ ਵੀ ਕਿਸ ਤਰ੍ਹਾਂ ਬਣਿਆ ਇਹ ਸ਼ਬਦ। ਪ੍ਰਭੂ ਸੱਤਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸੋਵਰੇਨਟੀ ਦਾ ਪੰਜਾਬੀ ਰੂਪਾਂਤਰ ਹੈ ਜਾਂ ਪੰਜਾਬੀ ਵਿੱਚ ਉਹਨੂੰ ਲਿਖਿਆ ਗਿਆ ਹੈ, ਜੋ ਕਿ ਲਤੀਨੀ ਭਾਸ਼ਾ ਦੇ ਸ਼ਬਦ ਸੁਪਰਾਨਸ ਤੋਂ ਲਿਆ ਗਿਆ ਹੈ। ਇਸ ਸ਼ਬਦ ਦਾ ਅਰਥ ਹੈ ਇੱਕ ਸਬਸਟੇਜ ਜਾਂ ਸਰਵਉੱਚ। ਇਸ ਤਰ੍ਹਾਂ ਇਸ ਸ਼ਕਤੀ ਦੁਆਰਾ ਰਾਜ ਨੂੰ ਆਪਣੇ ਹੁਕਮ ਮਨਵਾਉਣ ਦੀ ਵੱਧ ਸ਼ਕਤੀ ਮਿਲ ਜਾਂਦੀ ਹੈ ਅਤੇ ਉਹ ਸਮਾਜ ਵਿਚਲੇ ਸਾਰੇ ਲੋਕਾਂ, ਸਮੂਹਾਂ ਤੇ ਸੰਸਥਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋ ਜਾਂਦਾ ਹੈ। ਜਿਵੇਂ ਲਾਸਕੀ ਨੇ ਵੀ ਕਿਹਾ ਹੈ ਕਿ ਪ੍ਰਭੂ ਸੱਤਾਧਾਰੀ ਰਾਜ ਆਪਣੇ ਅਧਿਕਾਰ ਖੇਤਰ ਵਿਚਲੀਆਂ ਸਾਰੇ ਵਿਅਕਤੀਆਂ ਤੇ ਸਮੂਹਾਂ ਦੇ ਆਦੇਸ਼ਾਂ ਨੂੰ ਜਾਰੀ ਕਰਦਾ ਹੈ, ਪਰ ਇਸ ਨੂੰ ਕੋਈ ਆਦੇਸ਼ ਨਹੀਂ ਦੇ ਸਕਦਾ। ਠੀਕ ਹੈ ਜੀ। ਇਹ ਤਾਂ ਡੈਫੀਨੇਸ਼ਨ ਹੋ ਗਈ ਇਹਦੀ। ਪਹਿਲਾਂ ਆਪਾਂ ਮੀਨਿੰਗ ਦੇਖ ਲਿਆ, ਮੀਨਿੰਗ ਕਿਹਾ, ਹੁਣ ਇਹ ਡੈਫੀਨੇਸ਼ਨ ਹੈ ਇਹਦੀ ਪਹਿਲੀ। ਦੂਸਰੀ ਡੈਫੀਨੇਸ਼ਨ ਬਿਲੋਬੀ ਦਿੰਦਾ ਹੈ, ਇੱਕ ਰਾਈਟਰ ਹੈ ਵੈਸਟਰਨ ਦਾ ਸਾਡੇ ਕੋਲ। ਉਹ ਕਹਿੰਦਾ ਵੀ ਪ੍ਰਭੂ ਸੱਤਾ ਰਾਜ ਦੀ ਪਰਮ ਇੱਛਾ ਦਾ ਨਾਮ ਹੈ। ਅਗਲਾ ਹੈਗਾ ਬੋਧਿਨ। ਬੋਧਿਨ ਅਨੁਸਾਰ ਪ੍ਰਭੂ ਸੱਤਾ ਰਾਜ ਦੀ ਨਾਗਰਿਕ ਅਤੇ ਪ੍ਰਜਾ ਉੱਤੇ ਅਜਿਹੀ ਸਰਵਸ਼੍ਰੇਸ਼ਟ ਸ਼ਕਤੀ ਹੈ ਜਿਸ ਉੱਤੇ ਕਾਨੂੰਨ ਦੀ ਕੋਈ ਬੰਦਸ਼ ਨਹੀਂ ਹੈ। ਸੋ ਜਿਹੜੀਆਂ ਇਹ ਭਾਸ਼ਾਵਾਂ ਨੇ, ਜਿਹੜੀ ਆਪਾਂ ਗੱਲ ਕੀਤੀ ਇਹਦੇ ਬਾਰੇ, ਮਤਲਬ ਡੈਫੀਨੇਸ਼ਨ ਬਾਰੇ ਜਾਂ ਇਹਦੇ ਅਰਥ ਬਾਰੇ, ਉਹ ਇਹੀ ਹੈ ਵੀ ਪ੍ਰਭੂ ਸੱਤਾ ਰਾਜ ਦੀ ਉਹ ਸਰਵ ਸ਼ਕਤੀ ਹੈ ਜਿਸ ਕਰਕੇ ਉਹ ਰਾਜ ਵਿਚਲੀਆਂ ਵਿਅਕਤੀਆਂ ਤੇ ਸੰਸਥਾਵਾਂ ਨੂੰ ਹੁਕਮ ਦੇ ਸਕਦਾ ਹੈ ਤੇ ਉਹਨਾਂ ਦੀ ਪਾਲਣਾ ਕਰਵਾ ਸਕਦਾ ਹੈ। ਅਜਿਹਾ ਰਾਜ ਸਭ ਤਰ੍ਹਾਂ ਦੇ ਕਾਨੂੰਨੀ ਬੰਧਨਾਂ ਤੋਂ ਪਾਬੰਦੀਆਂ ਤੋਂ ਸੁਤੰਤਰ ਹੁੰਦਾ ਹੈ ਤੇ ਜੋ ਵੀ ਪਾਬੰਦੀਆਂ ਲਾਗੂ ਹੁੰਦੀਆਂ ਹਨ ਉਹ ਇਸ ਦੀਆਂ ਆਪਣੀਆਂ ਬਣਾਈਆਂ ਹੋਈਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਆਪਣੀ ਇੱਛਾ ਨਾਲ ਉਹਨਾਂ ਦੀ ਉਹ ਪਾਲਣਾ ਜਿਹੜੀ ਪ੍ਰਭੂ ਸੱਤਾ ਦੇ ਤੌਰ ਤੇ ਉਹ ਕਰ ਸਕਦਾ ਹੈ। ਠੀਕ ਹੈ ਜੀ। ਪ੍ਰਭੂ ਸੱਤਾ ਜਿਹੜੀ ਵਿਦਿਆਰਥੀ ਹੈਗੀ ਹੈ ਉਹ ਇੱਕ ਸਰਵਉੱਚ ਤੇ ਅਸੀਮ ਸ਼ਕਤੀ ਹੈ। ਹੁਣ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਵੀ ਜਦੋਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਸਟੇਟ ਦੀ, ਸੁਸਾਇਟੀ ਦੀ ਗੱਲ ਕਰਦੇ ਹਾਂ, ਪੁਰਾਣਾ ਸਿਸਟਮ ਹੈ ਸਾਡਾ, ਫਿਰ ਗੱਲ ਉੱਥੇ ਚਲੀ ਜਾਂਦੀ ਹੈ ਸਾਡੀ ਸਮਝਣ ਵਾਸਤੇ ਵੀ ਜਦੋਂ ਲੜਾਈ ਵਾਲਾ ਯੁੱਗ ਹੈ ਤਾਂ ਉਹਦੇ ਵਿੱਚ ਜਦੋਂ ਆਪਾਂ ਡੈਮੋਕ੍ਰੇਸੀ ਦੀ ਗੱਲ ਕਰ ਲਈ, ਇੱਕ ਸੱਭਿਅਕ ਸਮਾਜ ਦੀ ਗੱਲ ਕਰ ਲਈ, ਇੱਕ ਯੂਨਿਟੀ ਦੀ ਗੱਲ ਕਰ ਲਈ, ਤਾਂ ਉਹਦੇ ਸਿਸਟਮ ਵਿੱਚ ਸਾਨੂੰ ਫਿਰ ਕੁਝ ਰੂਲ ਐਂਡ ਰੈਗੂਲੇਸ਼ਨ ਹੈ ਜਿਹੜੀ ਉਹ ਬਣਾਉਣੇ ਪੈਣਗੇ। ਜਦੋਂ ਤੱਕ ਆਪਾਂ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਵਾਂਗੇ ਤਾਂ ਉਦੋਂ ਤੱਕ ਜਿਹੜਾ ਫਿਰ ਸੱਭਿਅਕ ਸਮਾਜ ਵਰਕ ਨਹੀਂ ਕਰ ਸਕਦਾ। ਉਹਨਾਂ ਦੇ ਲਈ ਜ਼ਰੂਰੀ ਹੈ ਫਿਰ ਇੱਦਾਂ ਦੀ ਜਿਹੜੀ ਸਾਡੇ ਕੋਲ ਸੋਵਰੈਂਟੀ ਹੈ, ਜਿੱਦਾਂ ਮੈਂ ਰਾਜ ਦੀ ਗੱਲ ਕੀਤੀ ਸੀਗੀ, ਜਸਟਿਸ ਦੀ ਆਪਾਂ ਗੱਲ ਕਰਦੇ ਹਾਂ, ਨਿਆਂ ਦੀ ਗੱਲ ਕਰਦੇ ਸੀਗੇ ਤੇ ਪਾਵਰ ਦੀ ਗੱਲ ਕਰਦੇ ਸੀਗੇ ਆਪਾਂ, ਵੀ ਜਦੋਂ ਤੱਕ ਇੱਕ ਜਿਹੜਾ ਰਾਜਾ ਹੈ ਉਹਦੇ ਕੋਲ ਪਾਵਰ ਨਹੀਂ ਹੋਊਗੀ, ਠੀਕ ਹੈ, ਉਹ ਸਾਰੇ ਜਿਹੜੇ ਏਰੀਏ ਦੇ ਵਿੱਚ ਆਪਣੀ ਪਾਵਰ ਪ੍ਰਭੂ ਸੱਤਾ ਨਹੀਂ ਕਰੂਗਾ ਤਾਂ ਉਦੋਂ ਤੱਕ ਉਹ ਰਾਜਾ ਨਹੀਂ ਕਹੂਗਾ। ਮਤਲਬ ਜੇ ਦੂਜੀ ਬਾਉਂਡਰੀ ਦੇ ਵਿੱਚ ਵੀ ਜਾਣਾ ਹੈ, ਜਿੱਦਾਂ ਤੁਸੀਂ ਦੇਖਦੇ ਹੋ, ਹੁਣ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਦੋ ਉਦਾਹਰਨ ਕੀਤੀਆਂ ਵੀ ਕਈ ਸਟੇਟਾਂ ਨੇ ਜਿਨ੍ਹਾਂ ਦੀ ਮਤਲਬ ਹੋਣ ਦਾ ਖਤਰਾ ਹੈ, ਜਿੱਦਾਂ ਤਿੱਬਤ ਦੀ ਗੱਲ ਹੈ, ਤਿੱਬਤ ਤੇ ਚਾਈਨਾ ਦਾ ਕਬਜ਼ਾ ਹੈ। ਠੀਕ ਹੈ ਜੀ। ਉਹ ਵੀ ਆਪਣੀ ਪ੍ਰਭੂ ਸੱਤਾ ਦੇ ਲਈ ਲੜ ਰਹੇ ਨੇ, ਜਾਂ ਕਈ ਹੋਰ ਸਟੇਟਾਂ ਨੇ। ਠੀਕ ਹੈ ਜੀ। ਮਤਲਬ ਰੂਸ ਦੇ ਵਿੱਚ ਕਈ ਮੁੱਦੇ ਸਟੇਟਾਂ ਦਾ ਮੁੱਦਾ ਹੈ। ਠੀਕ ਹੈ ਜੀ। ਹਰ ਇੱਕ ਜਿਹੜੀ ਸਟੇਟ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਸੋਵਰਨ ਹੋਣਾ ਚਾਹੁੰਦੀ ਹੈ, ਸੋਵਰੈਂਟੀ ਚਾਹੁੰਦੀ ਹੈ। ਸੋਵਰੈਂਟੀ ਮਤਲਬ ਉਹ ਸੁਤੰਤਰਤਾ ਚਾਹੁੰਦੀ, ਚਾਹੇ ਪੁਰਾਤਨ ਸਮਾਂ ਹੈ ਜਿਹੜੇ ਦੇਸ਼ ਮਤਲਬ ਡਿਕਟੇਟਰਸ਼ਿਪ ਜਿੱਥੇ ਚੱਲਦੀ ਹੈ ਉਹ ਇਹ ਡਿਮਾਂਡ ਕਰਦੇ ਆ ਵੀ ਸਾਡੀ ਸਰਵਉੱਚ ਜਿਹੜੀ ਸ਼ਕਤੀ ਹੈ ਉਹ ਵੱਖਰੀ ਹੋਣੀ ਚਾਹੀਦੀ ਹੈ, ਵੀ ਤਾਂ ਹੀ ਜਾਂ ਜੋ ਆਪਣਾ ਜਿਹੜਾ ਮਤਲਬ ਆਪਾਂ ਸਟੇਟ ਬਣਾਈਏ ਤਾਂ ਉਹਦੀ ਜਿਹੜੀ ਸਮਰੱਥਾ ਹੈ, ਉਹਦੀ ਸਥਾਪਨਾ ਹੈ ਉਹ ਸੁਤੰਤਰਤਾ, ਸਮਾਨਤਾ ਤੇ ਭਰਾਤਰੀ ਭਾਵ ਦੇ ਆਧਾਰ ਦੇ ਉੱਪਰ ਕੀਤੀ ਜਾਵੇ। ਠੀਕ ਹੈ ਜੀ। ਇਸ ਕਰਕੇ ਇਹ ਬੜਾ ਮਹੱਤਵਪੂਰਨ ਪੱਖ ਹੈ ਵੀ ਜੇ ਸਟੇਟ ਦੇ ਉੱਪਰ ਉਹ ਜੇ ਆਪਾਂ ਚੀਜ਼ਾਂ ਲਾਗੂ ਕਰਾਂਗੇ ਤਾਂ ਹੀ ਜਿਹੜੀ ਉਹ ਸਰਵਉੱਚ ਹੋ ਸਕਦੀ ਹੈ। ਅੱਗੇ ਹੈਗਾ ਫੀਚਰਸ ਆਫ ਸੋਵਰੇਨਟੀ ਵਿਦਿਆਰਥੀਓ। ਪਹਿਲਾ ਹੈਗਾ ਪਰਮਾਨੈਂਸ।
ਜਿਹਨੂੰ ਆਪਾਂ ਸਥਾਈਤਵ ਕਹਿੰਦੇ ਆ। ਠੀਕ ਹੈ ਜੀ। ਰਾਜ ਦੀ ਪ੍ਰਭੂ ਸੱਤਾ ਸਥਾਈ ਹੁੰਦੀ ਹੈ। ਜਦ ਤੱਕ ਰਾਜ ਕਾਇਮ ਰਹਿੰਦਾ ਹੈ ਤਦ ਤੱਕ ਇਹ ਬਿਨਾਂ ਰੋਕ ਜਾਰੀ ਰਹਿੰਦੀ ਹੈ। ਕਿਸੇ ਸ਼ਾਸਕ ਦੇ ਮਰ ਜਾਣ, ਰਾਜ ਛੱਡ ਦੇਣ ਜਾਂ ਰਾਜ ਦੇ ਪੁਨਰ ਸੰਗਠਨ ਨਾਲ ਇਹ ਖਤਮ ਨਹੀਂ ਹੋ ਜਾਂਦੀ, ਸਗੋਂ ਤੁਰੰਤ ਨਵੇਂ ਸ਼ਾਸਕ ਦੇ ਹੱਥ ਵਿੱਚ ਚਲੀ ਜਾਂਦੀ ਹੈ। ਪ੍ਰਭੂ ਸੱਤਾ ਤਾਂ ਸਿਰਫ ਰਾਜ ਦੇ ਖਤਮ ਹੋਣ ਨਾਲ ਹੀ ਖਤਮ ਹੋ ਸਕਦੀ ਹੈ। ਠੀਕ ਹੈ ਜੀ। ਪਹਿਲਾ ਜਿਹੜਾ ਆਪਣੇ ਕੋਲ ਪੁਆਇੰਟ ਆਦਾ ਉਹ ਪਰਮਾਨੈਂਸ ਹੈ, ਸਥਾਈਤਵ ਹੈ। ਮਤਲਬ ਇਹ ਕੋਈ ਮਤਲਬ ਸਟੇਬਲ ਨਹੀਂ ਹੈ, ਪਰ ਆਪਾਂ ਕਹਿੰਦੇ ਵੀ ਪ੍ਰਭੂ ਸੱਤਾ ਰਹਿਣੀ ਹੈ। ਠੀਕ ਹੈ ਜੀ। ਉਦੋਂ ਖਤਮ ਹੋਣੀ ਹੈ ਜਦੋਂ ਰਾਜ ਖਤਮ ਹੋਏਗਾ, ਉਦੋਂ ਬਿਨਾਂ ਨਹੀਂ ਖਤਮ ਹੋ ਸਕਦੀ। ਠੀਕ ਹੈ ਜੀ। ਇਸ ਕਰਕੇ ਜਦੋਂ ਵੀ ਕੋਈ ਰਾਜਾ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਈ ਪਾਵਰ ਹੈ, ਸਾਡੀ ਪ੍ਰੈਜ਼ੈਂਟ ਗਵਰਨਮੈਂਟ ਆ, ਬੀਜੇਪੀ ਗਵਰਨਮੈਂਟ ਚੱਲ ਰਹੀ ਹੈ। ਠੀਕ ਹੈ ਜੀ। ਜਦੋਂ ਬਦਲ ਜਾਏਗੀ, ਨਵੀਂ ਦੂਜੀ ਗਵਰਨਮੈਂਟ ਆ ਜਾਊਗੀ ਕਿਸੇ ਪਾਰਟੀ ਦੀ, ਚਾਹੇ ਉਹ ਕਾਂਗਰਸ ਦੀ ਹੋਵੇ, ਬੀਜੇਪੀ ਦੀ ਹੋਵੇ, ਆਪਣਾ ਕਿਸੇ ਪਾਰਟੀ, ਮਤਲਬ ਉਹ ਪ੍ਰਭੂ ਸੱਤਾ ਜਿਹੜੀ ਸ਼ਿਫਟ ਕਰ ਜੂਗੀ। ਠੀਕ ਹੈ ਜੀ। ਉਹ ਜਿਹੜੀ ਸਟੇਟ ਹੈ ਸਟੇਬਲ ਰਹੂਗੀ। ਜਿਹੜੇ ਸਾਡੇ ਸਿਧਾਂਤ ਬਣ ਗਏ, ਸਾਡੀਆਂ ਟ੍ਰੈਡੀਸ਼ਨਸ ਬਣ ਗਈਆਂ, ਸਾਡੀ ਡੈਮੋਕ੍ਰੇਸੀ ਸੰਵਿਧਾਨ ਬਣ ਗਿਆ, ਉਹ ਸਾਡਾ ਸਟੇਬਲ ਰਹਿਣਾ ਹੈ। ਉਹਦੇ ਜਿਹੜੇ ਵਰਕਿੰਗ ਚੇਤਾ ਹੈ, ਉਹ ਬਦਲਦੇ ਰਹਿਣਗੇ। ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਉਦਾਹਰਨ ਵੀ ਦੇਣੀ ਚਾਹੁੰਦਾ ਹੈ ਵੀ ਪਰਮਾਨੈਂਸ ਕਿਆ ਹੈ। ਜਦੋਂ ਅੰਬੇਦਕਰ ਨੇ ਸੰਵਿਧਾਨ ਬਣਾਇਆ, ਮਤਲਬ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਬਦਲਦੀ ਰਹਿੰਦੀ ਹੈ ਜਾਂ ਇਹ ਮਤਲਬ ਡਿਪੈਂਡ ਕਿਸ ਤਰ੍ਹਾਂ ਕਰਦੀ ਹੈ। ਜਦੋਂ ਅੰਬੇਦਕਰ ਨੇ ਸੰਵਿਧਾਨ ਬਣਾਇਆ ਤਾਂ ਉਹਨਾਂ ਨੂੰ ਪੁੱਛਿਆ ਕਿਸੇ ਨੇ, ਜਿਹੜੀ ਇਹ ਮਤਲਬ ਸੰਵਿਧਾਨ ਹੈ ਕਿਸ ਤਰ੍ਹਾਂ ਦਾ ਮਤਲਬ ਰਿਐਕਟ ਕਰੂਗਾ। ਉਹਨਾਂ ਦਾ ਇਹ ਮੰਨਣਾ ਸੀਗਾ ਵੀ ਜਿਹੜਾ ਸੰਵਿਧਾਨ ਹੈ ਉਹ ਮਤਲਬ ਵਿਅਕਤੀਆਂ ਦੇ ਹੱਥ ਦੇ ਵਿੱਚ ਨਿਰਭਰ ਕਰੂਗਾ, ਜਿਹੜੇ ਇਹਨੂੰ ਸ਼ਾਸਕ ਹੋਣਗੇ ਚਲਾਉਣ ਵਾਲੇ। ਜਿਹਦੇ ਚੰਗੇ ਸ਼ਾਸਕ ਹੋਣਗੇ ਤਾਂ ਇਹਦੇ ਚੰਗੇ ਸਿੱਟੇ ਨਿਕਲਣਗੇ, ਜਿਹਦੇ ਮਾੜੇ ਸ਼ਾਸਕ ਹੋਣਗੇ ਤਾਂ ਮਾੜੇ ਜਿਹੜੇ ਸਿੱਟੇ ਇਹਦੇ ਨਿਕਲਣਗੇ। ਮਤਲਬ ਇਹਨੂੰ ਚਲਾਉਣ ਵਾਲੇ ਜਿਹੜੇ ਵਿਅਕਤੀ ਹੈ ਉਹਨਾਂ ਪਰ ਡਿਪੈਂਡ ਕਰੂਗਾ ਵੀ ਜਿਹੜੀ ਇਹਦੀ ਮਤਲਬ ਪ੍ਰੋਡਕਟੀਵਿਟੀ ਹੈ, ਜਾਂ ਇਹ ਕਿਸ ਤਰ੍ਹਾਂ ਰਿਐਕਟ ਕਰੂਗਾ, ਕਿਸ ਤਰ੍ਹਾਂ ਦੱਸੂਗਾ ਸਟੇਟ ਨੂੰ, ਲੋਕਾਂ ਦੀ ਗੱਲ ਕਰੂਗਾ, ਸਮਾਨਤਾ ਦੀ ਗੱਲ ਕਰੂਗਾ, ਉਸ ਉੱਤੇ ਡਿਪੈਂਡ ਕਰੂਗਾ ਵੀ ਜੇ ਉਹ ਚਲਾਉਣ ਵਾਲੇ ਚੰਗੇ ਹੋਣਗੇ। ਇਸ ਕਰਕੇ ਸਥਾਈਤਵ ਹੈ, ਰਾਜ ਨੂੰ ਛੱਡਣ ਦੇ ਨਾਲ ਨਹੀਂ ਰਹਿੰਦਾ, ਉਹ ਮਤਲਬ ਲਗਾਤਾਰ ਚੱਲਦੀ ਰਹਿੰਦੀ ਹੈ। ਮਤਲਬ ਰਾਜ ਦੀ ਆਪਾਂ ਗੱਲ ਨਹੀਂ ਕਰ ਸਕਦੇ ਜਦੋਂ ਕਦੋਂ ਖਤਮ ਹੋਣਾ ਹੈ, ਕਦੋਂ ਉਹਦੀ ਹੈ ਨਾ ਬਣਨੀ ਹੈ। ਇਸ ਕਰਕੇ ਇਹ ਬੜਾ ਜ਼ਰੂਰੀ ਹੁੰਦਾ ਵੀ ਇੱਕ ਸਥਾਈਤਵ ਇਹਦਾ ਜਿਹੜਾ ਸਭ ਤੋਂ ਵਿਸ਼ੇਸ਼ ਮਹੱਤਵਪੂਰਨ ਪੱਖ ਹੈ। ਅਗਲਾ ਹੈਗਾ ਯੂਨੀਵਰਸੈਲਿਟੀ, ਜਿਹਨੂੰ ਆਪਾਂ ਸਰਵਵਿਆਪਕਤਾ ਕਹਿੰਦੇ ਹਾਂ। ਪ੍ਰਭੂ ਸੱਤਾ ਸਰਵਵਿਆਪਕ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਪ੍ਰਭੂ ਸੱਤਾ ਰਾਜ ਦੇ ਪੂਰੇ ਅਧਿਕਾਰ ਖੇਤਰ ਤੱਕ ਫੈਲੀ ਹੁੰਦੀ ਹੈ ਅਤੇ ਉਸ ਰਾਜ ਦੇ ਖੇਤਰ ਸੀਮਾ ਵਿੱਚ ਵਸਣ ਵਾਲੇ ਸਾਰੇ ਵਿਅਕਤੀ ਸਮੂਹਾਂ ਨੂੰ ਆਪਣੇ ਵਿੱਚ ਸਮੇਟ ਲੈਂਦੀ ਹੈ। ਰਾਜ ਦੀ ਪ੍ਰਭੂ ਸੱਤਾ ਰਾਜ ਦੇ ਹਰ ਨਾਗਰਿਕ ਤੇ ਲਾਗੂ ਹੁੰਦੀ ਹੈ। ਰਾਜ ਦੀ ਪ੍ਰਭੂ ਸੱਤਾ ਉੱਤੇ ਰਾਜ ਦੀ ਹੋਂਦ ਹੱਦ ਵਿੱਚ ਵਸਣ ਵਾਲਾ ਕੋਈ ਵਿਅਕਤੀ, ਕੋਈ ਸੰਗਠਨ ਜਾਂ ਸੰਸਥਾ, ਭਾਵੇਂ ਉਹ ਕਿਤਨੀ ਵੀ ਵਿਆਪਕ ਕਿਉਂ ਨਾ ਹੋਵੇ, ਅਸਰਅੰਦਾਜ਼ ਨਹੀਂ ਹੋ ਸਕਦੀ। ਹੁਣ ਇਹ ਇਸਦਾ ਕਿਆ ਮਤਲਬ ਹੈ ਬਈ ਪ੍ਰਭੂ ਸੱਤਾ ਦਾ ਅਧਿਕਾਰ ਖੇਤਰ ਇੱਕ ਫੈਲਿਆ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਜਿਹੜੀ ਆਪਣੀ ਮਿਆਂਮਾਰ ਸਟੇਟ ਹੈ, ਇੱਥੇ ਮਤਲਬ ਇਹਦੀ ਆਗੂ ਹੈ ਆਂਗ ਸੈਨ ਸੂ ਕੀ। ਉੱਥੇ ਜਿਹੜੇ ਰੋਹਿੰਗਿਆ ਮੁਸਲਮਾਨ ਹੈ ਉਹਨਾਂ ਨੂੰ ਮਤਲਬ ਕੱਢਿਆ ਗਿਆ ਉੱਥੋਂ। ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਆਏ, ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨਾਂ ਨੇ ਸ਼ਰਨ ਲਈ। ਠੀਕ ਹੈ ਜੀ। ਹੁਣ ਜਿਹੜੇ ਇੱਦਾਂ ਦੇ ਵਿਅਕਤੀ ਆਉਂਦੇ ਆ, ਪਿੱਛੇ ਵੀ ਮਤਲਬ ਸਾਡੇ ਦਿੱਲੀ ਵੀ ਬੈਠੇ ਹੋਏ ਨੇ, ਜਿਹੜੇ ਪਾਕਿਸਤਾਨ ਤੋਂ ਆਏ ਹੋਏ ਨੇ ਜਾਂ ਅਫਗਾਨਿਸਤਾਨ ਤੋਂ, ਸਿੱਖ, ਹਿੰਦੂ, ਮੁਸਲਿਮ ਜਿਹੜੇ ਵੀ ਮਤਲਬ ਉੱਥੋਂ ਪਹੁੰਚੇ ਹੋਏ ਨੇ। ਠੀਕ ਹੈ ਜੀ। ਮਾਈਨੋਰਟੀ ਹੈ ਤਾਂ ਉਹ ਮਤਲਬ ਵੱਖਰੀ ਥਾਂ 'ਤੇ ਉੱਥੇ ਬੈਠੇ ਹੋਏ ਨੇ, ਉਹਨੂੰ ਹਜੇ ਤੱਕ ਜਿਹੜੀ ਹੈ ਉਹ ਮਤਲਬ ਉਹ ਨਹੀਂ ਮਿਲੀ ਹੈ ਉੱਥੇ ਰਹਿਣ ਦੀ ਜਿਹੜੀ ਆਜ਼ਾਦੀ, ਜਿਹੜੀ ਆਪਾਂ ਕਹਿ ਰਹੇ ਹਾਂ ਵੀ ਉਹਨੂੰ ਸਿਟੀਜ਼ਨਸ਼ਿਪ। ਠੀਕ ਹੈ ਜੀ। ਹੁਣ ਜਦੋਂ ਉਹ ਆਏ ਨੇ ਉੱਥੇ ਬਈ ਉਹ ਜਦੋਂ ਹੁਣ ਉੱਥੇ ਰਹਿ ਰਹੇ ਨੇ ਤਾਂ ਉਦੋਂ ਤੱਕ ਉਹ ਮਤਲਬ ਸਾਡੇ ਨਹੀਂ ਬਣਗੇ ਜਦੋਂ ਤੱਕ ਉਹ ਸਿਟੀਜ਼ਨਸ਼ਿਪ ਨਹੀਂ ਪ੍ਰਾਪਤ ਕਰਨਗੇ, ਚਾਹੇ ਕਿ ਸਾਡੇ ਪ੍ਰਭੂ ਸੱਤਾ ਖੇਤਰ ਦੇ ਵਿੱਚ ਹੀ ਆਉਂਦੇ ਨੇ ਉਹ, ਪਰ ਉਦੋਂ ਤੱਕ ਨਹੀਂ ਉਹ ਮਤਲਬ ਪੋਸੀਬਲ ਹੋਊਗਾ ਉਹਨਾਂ ਨੂੰ। ਪਰ ਜਦੋਂ ਉਹ ਦੂਜੇ ਸਟੇਟ ਦੇ ਵਿੱਚ ਬਹਿ ਕੇ ਆ ਗਏ ਤਾਂ ਉਹ ਆਪਣੀ ਪ੍ਰਭੂ ਸੱਤਾ ਛੱਡ ਕੇ ਦੂਜੇ ਦੀ ਪ੍ਰਭੂ ਸੱਤਾ ਦੀ ਟੈਰੀਟਰੀ ਦੇ ਵਿੱਚ ਆ ਗਏ। ਠੀਕ ਹੈ ਜੀ। ਇਹਨਾਂ ਮਿਆਂਮਾਰ ਨੂੰ ਛੱਡ ਕੇ ਭਾਰਤ ਦੇ ਵਿੱਚ ਆ ਗਏ, ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਸ਼ਰਨ ਲਈ ਉਹਨਾਂ ਨੇ। ਠੀਕ ਹੈ ਜੀ। ਹੁਣ ਉੱਥੋਂ ਦੀ ਜਿਹੜੀ ਉਹ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕਾਰਨ ਸੀਗਾ, ਉਹਦੇ ਕਾਰਨ ਬੜੇ ਸੀਗੇ, ਤਾਂ ਜਦੋਂ ਉਹ ਛੱਡ ਕੇ ਆਏ ਤਾਂ ਆਪਣੀ ਪ੍ਰਭੂ ਸੱਤਾ ਉੱਥੋਂ ਜਿਹੜੀ ਯੂਨੀਵਰਸਿਟੀ ਸਰਵਵਿਆਪਕਤਾ ਉੱਥੋਂ ਛੱਡਤੀ ਉਹਨਾਂ ਨੇ। ਪ੍ਰਭੂ ਸੱਤਾ ਦੂਜੇ ਉਹਦੀ ਪ੍ਰਭੂ ਸੱਤਾ ਵਾਲੇ ਅਧਿਕਾਰ ਖੇਤਰ ਦੇ ਵਿੱਚ ਆ ਗਏ। ਠੀਕ ਹੈ ਜੀ। ਵੀ ਜਿਹੜਾ ਵਿਅਕਤੀ ਉਹਦੇ ਖੇਤਰ ਦੇ ਵਿੱਚ ਆ ਗਿਆ ਉਹਨੂੰ ਆਪਣੇ ਆਪ ਆਟੋਮੈਟਿਕਲੀ ਸਮੇਟ ਲੈਂਦਾ ਹੈ। ਜਿੱਦਾਂ ਧਾਰਮਿਕ ਗੁਰੂ ਦਲਾਈ ਲਾਮਾ ਹੈ, ਉਹ ਤਿੱਬਤ ਤੋਂ ਛੱਡ ਕੇ ਹੁਣ ਸਾਡੇ ਪ੍ਰਭੂ ਸੱਤਾ ਖੇਤਰ ਦੇ ਵਿੱਚ ਨੇ। ਠੀਕ ਹੈ। ਹੁਣ ਸਾਡੇ ਮਤਲਬ ਉਹ ਸਾਡੇ ਕੋਲ ਰਹਿ ਰਹੇ ਨੇ ਕਿ ਚਾਈਨਾ ਕਾਫੀ ਵਿਰੋਧ ਵੀ ਕਰਦਾ ਹੈ, ਪਰ ਹੁਣ ਉੱਥੇ ਉਹ ਕੁਝ ਕਰ ਨਹੀਂ ਸਕਦਾ ਕਿਉਂਕਿ ਉਹ ਸਾਡੀ ਪ੍ਰਭੂ ਸੱਤਾ ਦੇ ਅੰਡਰ ਆਉਂਦਾ ਹੈ। ਠੀਕ ਹੈ। ਸੋਵਰੈਂਟੀ ਹੈ ਸਾਡੀ। ਠੀਕ ਹੈ। ਸਾਡੀਆਂ ਬਾਉਂਡਰੀਆਂ ਤੱਕ ਜਿਹੜੀ ਸਾਡੀ ਸੋਵਰੈਂਟੀ ਹੈ, ਉਹਦੇ ਬਾਅਦ ਪਾਕਿਸਤਾਨ ਆ ਜਾਂਦਾ ਹੈ, ਚਾਈਨਾ ਆ ਜਾਂਦਾ ਹੈ, ਬੰਗਲਾਦੇਸ਼ ਆ ਜਾਂਦਾ ਹੈ। ਠੀਕ ਹੈ ਜੀ। ਇਸ ਕਰਕੇ ਕੋਈ ਵੀ ਜਿਹੜਾ ਨਾਗਰਿਕ ਹੈ ਉਹ ਮਤਲਬ ਸਾਡੇ ਉਹਦੇ ਵਿੱਚ ਆ ਜਾਂਦਾ ਹੈ। ਦੂਜੀ ਗੱਲ ਵੀ ਰਾਜ ਦੀ ਪ੍ਰਭੂ ਸੱਤਾ ਉੱਤੇ ਰਾਜ ਦੀ ਹੱਦ ਵਿੱਚ ਵਸਣ ਵਾਲਾ ਕੋਈ ਵਿਅਕਤੀ, ਕੋਈ ਵੀ ਸੰਗਠਨ ਜਾਂ ਸੰਸਥਾ, ਭਾਵੇਂ ਕਿਤਨੀ ਵਿਆਪਕ ਹੀ ਨਾ ਹੋਵੇ, ਅਸਰਅੰਦਾਜ਼ ਨਹੀਂ ਹੋ ਸਕਦੀ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਵਿਦੇਸ਼ੀ ਰਾਜਦੂਤ, ਹਾਂ ਇੱਕ ਬੜੀ ਮਹੱਤਵਪੂਰਨ ਗੱਲ ਹੈ ਵੀ ਵਿਦੇਸ਼ੀ ਰਾਜਦੂਤ ਜਿਹੜੇ ਪ੍ਰਭੂ ਸੱਤਾ ਦੇ ਘੇਰੇ 'ਚ ਨਹੀਂ ਆਉਂਦੇ ਸਾਡੇ, ਜਿਹਨੂੰ ਆਪਾਂ ਐਨਵੋਇਸ ਕਹਿੰਦੇ ਆ, ਜਿਹੜੇ ਰਾਜਦੂਤ ਹੈ ਸਾਡੇ, ਪਰ ਇਹ ਉਹਨਾਂ ਦਾ ਇੱਕ ਆਪਣਾ ਅਧਿਕਾਰ, ਰਾਜ ਦਾ ਅਧਿਕਾਰ ਮੰਨਿਆ ਜਾਂਦਾ ਹੈ। ਪਰ ਅਜਿਹਾ ਕੇਵਲ ਇੱਕ ਚੰਗੀ ਅੰਤਰਰਾਸ਼ਟਰੀ ਰੀਤ ਤੇ ਸ਼ਿਸ਼ਟਾਚਾਰ ਕਰਕੇ ਹੈ। ਚਾਹੇ ਰਾਜ ਚਾਹੇ ਤਾਂ ਵਿਦੇਸ਼ੀ ਰਾਜਦੂਤਾਂ ਦਿੱਤੀਆਂ ਸਹੂਲਤਾਂ ਖਤਮ ਕਰ ਸਕਦਾ। ਹੁਣ ਐਨਵੋਏ ਦਾ ਕਿਆ ਕੰਮ ਹੁੰਦਾ ਹੈ ਵੀ ਜਿਹੜਾ ਰਾਜਦੂਤ ਹੈ ਉਹ ਦੂਜੇ ਦੇਸ਼ ਦੇ ਵਿੱਚ ਸਾਡੇ ਜਿਹੜੇ ਵਿਅਕਤੀ ਰਹਿ ਰਹੇ ਨੇ, ਜੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਬਾਰੇ ਉਹ ਗੱਲਬਾਤ ਕਰਦਾ ਹੈ। ਆਪਾਂ ਦੇਖਦੇ ਹਾਂ ਵੀ ਕਈ ਵਾਰ ਸਾਡੇ ਜਿਹੜੇ ਰਿਲੇਸ਼ਨਸ ਹੈ ਉਹ ਪਾਕਿਸਤਾਨ ਨਾਲ ਖਰਾਬ ਹੋ ਜਾਂਦੇ ਆ, ਚਾਈਨਾ ਨਾਲ ਖਰਾਬ ਹੋ ਜਾਂਦੇ ਆ, ਤਾਂ ਤੁਸੀਂ ਵਿਦਿਆਰਥੀਓ ਅਖਬਾਰ ਦੇ ਵਿੱਚ ਬੜੀ ਵਾਰ ਪੜ੍ਹਿਆ ਹੋਣਾ ਵੀ ਭਾਰਤ ਨੇ ਚਾਈਨਾ ਦਾ ਰਾਜਦੂਤ ਤਲਬ ਕੀਤਾ, ਪਾਕਿਸਤਾਨ ਨੇ ਭਾਰਤ ਦਾ ਕੀਤਾ। ਮਤਲਬ ਤਲਬ ਕਿਉਂ ਕੀਤਾ ਜਾਂਦਾ ਹੈ ਵੀ ਉਹਨੂੰ ਉੱਥੇ ਸਪਸ਼ਟੀਕਰਨ ਦੇਣ ਲਈ ਬੁਲਾਇਆ ਜਾਂਦਾ ਹੈ ਕਿ ਸਾਡੇ ਤੁਸੀਂ ਉੱਥੇ ਧੱਕਾ ਕਰ ਰਹੇ ਹੋ, ਅਧਿਕਾਰਾਂ ਦੀ ਅਣਦੇਖੀ ਕਰ ਰਹੇ ਹੋ, ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਠੀਕ ਹੈ ਜੀ, ਪਰ ਮਤਲਬ ਉਹ ਆਂਦੇ ਸਵੇਰ ਵੀ ਸਾਡੇ ਮਤਲਬ ਸੋਵਰੈਂਟੀ ਦੇ ਵਿੱਚ ਹੈ, ਪਰ ਉਹ ਇੰਟਰਨੈਸ਼ਨਲ ਦੀਆਂ ਸੰਧੀਆਂ ਨੇ, ਅੰਤਰਰਾਸ਼ਟਰੀ ਸ਼ਿਸ਼ਟਾਚਾਰ ਦੀ ਆਪਾਂ ਗੱਲ ਕੀਤੀ ਹੈ, ਉਹ ਬੜੀ ਜਿਹੜੀ ਮਹੱਤਵਪੂਰਨ ਹੈ। ਉਸੇ ਕਰਕੇ ਜਿਹੜਾ ਉਹ ਵਿਅਕਤੀ ਹੈ ਉਹ ਚੰਗੀਆਂ ਜਿਹੜੀਆਂ ਸਹੂਲਤਾਂ ਉਹ ਪ੍ਰਾਪਤ ਕਰਦਾ ਹੈ। ਅਗਲਾ ਹੈਗਾ ਯੂਨੀਵਰਸੈਲਿਟੀ, ਇਕਮਾਤਰਤਾ, ਐਕਸਕਲੂਸਿਵਨੈਸ। ਇਕਮਾਤਰਤਾ ਦਾ ਅਰਥ ਹੈ ਵੀ ਜਿਵੇਂ ਇੱਕ ਮੈਦਾਨ ਵਿੱਚ ਦੋ ਤਲਵਾਰਾਂ ਨਹੀਂ ਰੱਖੀਆਂ ਜਾ ਸਕਦੀਆਂ, ਤਿਵੇਂ ਹੀ ਇੱਕ ਰਾਜ ਵਿੱਚ ਬਹੁਤੇ ਪ੍ਰਭੂ ਨਹੀਂ ਹੋ ਸਕਦੇ। ਇੱਕ ਰਾਜ ਵਿੱਚ ਕੇਵਲ ਇੱਕ ਹੀ ਪ੍ਰਭੂ ਸੱਤਾ ਹੋ ਸਕਦੀ ਹੈ, ਕੋਈ ਹੋਰ ਵਿਅਕਤੀ ਪ੍ਰਭੂ ਸੱਤਾ ਦੇ ਮੁਕਾਬਲੇ ਵਿੱਚ ਨਹੀਂ ਹੁੰਦਾ। ਇਹ ਆਖਣਾ ਕਿ ਰਾਜ ਵਿੱਚ ਦੋ ਪ੍ਰਭੂ ਹਨ, ਰਾਜ ਦੀ ਇਕਾਤਮਕਤਾ ਦੇ ਸਿਧਾਂਤ ਤੋਂ ਮੁਨਕਰ ਹੋਣ ਵਾਲੀ ਗੱਲ ਹੈ। ਮਤਲਬ ਇੱਕ ਜਿਹੜਾ ਸਟੇਟ ਹੈ ਉਹ ਸਟੇਟ ਦੇ ਵਿੱਚ ਇੱਕ ਹੀ ਪ੍ਰਭੂ ਹੋਊਗਾ, ਇੱਕ ਹੀ ਸਰਵਵਿਆਪਕਤਾ, ਮਤਲਬ ਇੱਕ ਮੈਦਾਨ 'ਚ ਦੋ ਨਹੀਂ ਰਹਿ ਸਕਦੀਆਂ। ਠੀਕ ਹੈ ਨਾ, ਜੇ ਸਟੇਟ ਮਤਲਬ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇੱਕ ਪਾਰਟੀਆਂ ਬਹੁਤ ਨੇ, ਭਾਰਤ ਵਿੱਚ ਮਲਟੀ ਪਾਰਟੀ ਸਿਸਟਮ ਹੈ, ਵੱਖ-ਵੱਖ ਤਰ੍ਹਾਂ ਦੀ ਪਾਰਟੀਆਂ ਹੈ। ਤਾਂ ਦੇਖਿਆ ਹੋਣਾ ਆਪਾਂ ਵੀ ਜਦੋਂ ਲੋਕ ਵੋਟਾਂ ਪਾਉਂਦੇ ਹੈ, ਵੋਟਾਂ ਹੁੰਦੀਆਂ ਨੇ ਤਾਂ ਉਹ ਇੱਕ ਪਾਰਟੀ ਨੂੰ ਫਿਰ ਜਿਤਾਉਂਦੇ ਹੈ। ਠੀਕ ਹੈ ਜੀ, ਤਾਂ ਇੱਕ ਪਾਰਟੀ ਦੇ ਕੋਲ ਹੀ ਹਮੇਸ਼ਾ ਜਿਹੜੀ ਹੈ ਪਾਵਰ ਰਹੂਗੀ, ਦੋ ਪਾਰਟੀਆਂ ਦੇ ਕੋਲ ਪਾਵਰ ਨਹੀਂ, ਦੂਜੀ ਪਾਰਟੀ ਜਿਹੜੀ ਉਹ ਆਪੋਜੀਸ਼ਨ ਦੇ ਵਿੱਚ ਆਊਗੀ। ਠੀਕ ਹੈ ਜੀ, ਅਗਲਾ ਹੈਗਾ ਪੁਆਇੰਟ ਆਪਣੇ ਕੋਲ ਇਨਐਲੀਨੇਬਿਲਿਟੀ, ਅਨਿੱਖੜਤਾ। ਪ੍ਰਭੂ ਸੱਤਾ ਦਾ ਇਹ ਲੱਛਣ ਦਾ ਇਹ ਅਰਥ ਹੈ ਕਿ ਰਾਜ ਆਪਣੀ ਪ੍ਰਭੂ ਸੱਤਾ ਜਾਂ ਇਸਦੇ ਕਿਸੇ ਅੰਸ਼ ਨੂੰ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਉਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਆਪਣਾ ਵਧਣਾ ਫੁੱਲਣ ਦਾ ਅਧਿਕਾਰ ਕਿਸੇ ਦੂਸਰੇ ਨੂੰ ਨਹੀਂ ਦੇ ਸਕਦਾ। ਕੋਈ ਮਨੁੱਖ ਆਪਣੇ ਜੀਵਨ ਜਾਂ ਵਿਅਕਤੀਗਤ ਆਤਮਘਾਤ ਕੀਤੇ ਬਿਨਾਂ ਦੂਸਰਿਆਂ ਨੂੰ ਦੇ ਸਕਦਾ। ਰਾਜ ਦੇ ਪ੍ਰਭੂਸੱਤਾ ਨਿਖੜਵੇਂ ਅੰਗ ਹਨ। ਪ੍ਰਭੂਸੱਤਾ ਰਾਜ ਦੀ ਪ੍ਰਾਣ ਧਾਰਾ ਹੈ। ਜਦੋਂ ਕਿਸੇ ਰਾਜ ਦਾ ਕੋਈ ਇਲਾਕਾ ਉਸ ਰਾਜ ਦੀ ਪ੍ਰਭੂਸੱਤਾ ਤੋਂ ਵੱਖ ਹੋ ਜਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਅਰਥ ਇਹ ਨਹੀਂ ਹੁੰਦਾ ਕਿ ਪ੍ਰਭੂਸੱਤਾ ਖਤਮ ਹੋ ਜਾਂਦੀ ਹੈ, ਸਗੋਂ ਉਹ ਇਹ ਰਾਜ ਤਾਂ ਪ੍ਰਭੂਸੱਤਾ ਦੀ ਇੱਕ ਵਧੀਆ ਉਦਾਹਰਣ ਹੈ। ਠੀਕ ਹੈ ਜੀ, ਵੀ ਜਿਹੜੀ ਪ੍ਰਭੂਸੱਤਾ ਹੈ ਉਹਨੂੰ ਰਾਜ ਤੋਂ ਮਤਲਬ ਵੱਖਰਾ ਨਹੀਂ ਕੀਤਾ ਜਾ ਸਕਦਾ। ਜਿਹੜੀ ਪ੍ਰਭੂਸੱਤਾ ਲੱਛਣ ਹੈ ਵੀ ਕਿਸੇ ਅੰਸ਼ ਨੂੰ ਨਹੀਂ ਦੇ ਸਕਦੀ, ਤੇ ਪ੍ਰਭੂਸੱਤਾ ਇੱਕ ਅਨਿੱਖੜਤਾ ਹੈ, ਮਤਲਬ ਆਪਾਂ ਡਿਵਾਈਡ ਨਹੀਂ ਕਰ ਸਕਦੇ। ਠੀਕ ਹੈ ਜੀ, ਹੁਣ ਸਟੇਟ ਹੈ, ਸਟੇਟ ਦੇ ਵਿੱਚ ਕੁਝ ਚੀਜ਼ਾਂ ਨੇ, ਜਿੱਦਾਂ ਹੁਣ ਆਪਾਂ ਸੰਵਿਧਾਨ ਹੈ ਤਾਂ ਸੰਵਿਧਾਨ ਦੀ ਆਪਾਂ ਉਹ ਨਹੀਂ ਕਰ ਸਕਦੇ, ਦੂਜੀ ਉਹ ਨਹੀਂ ਕਰ ਸਕਦੇ ਵੀ ਦੂਜਾ ਸੰਵਿਧਾਨ ਕੋਈ ਲਾਗੂ ਹੋ ਜਾਊਗਾ। ਠੀਕ ਹੈ ਜੀ, ਤਾਂ ਸਾਡੇ ਕੋਲ ਇੱਕੋ ਚੀਜ਼ਾਂ, ਇੱਕੋ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਹ ਰਹਿਣਗੀਆਂ। ਅਗਲਾ ਹੈਗਾ ਇੰਡਿਵਿਜ਼ਬਿਲਿਟੀ, ਅਖੰਡਤਾ, ਜਿਹਨੂੰ ਆਪਾਂ ਕਹਿ ਰਹੇ ਹਾਂ। ਅਖੰਡਤਾ ਦਾ ਮਤਲਬ ਹੈਗਾ ਵੀ ਪ੍ਰਭੂਸੱਤਾ ਦੀਆਂ ਸ਼ਕਤੀਆਂ ਦੀ ਵਰਤੋਂ ਦਾ ਸਰਕਾਰ ਦੇ ਵਿਭਿੰਨ ਅੰਗਾਂ ਵਿੱਚ ਵੰਡੀ ਜਾ ਸਕਦੀ ਹੈ, ਪਰੰਤੂ ਪ੍ਰਭੂਸੱਤਾ ਰਾਜ ਵਾਂਗ ਇੱਕ ਇਕਾਈ ਹੁੰਦੀ ਹੈ। ਪ੍ਰਭੂਸੱਤਾ ਦੀ ਇਕਾਤਮਕਤਾ ਇਸ ਦਾ ਵਿਸ਼ੇਸ਼ ਲੱਛਣ ਹੈ। ਜਿਵੇਂ ਕਿ ਮਤਲਬ ਬਹੁਵਾਦੀਆਂ ਨੇ ਤੇ ਸੰਘਵਾਦੀਆਂ ਦਾ ਮਤ ਹੈ ਕਿ ਪ੍ਰਭੂਸੱਤਾ ਵੰਡੀ ਜਾ ਸਕਦੀ ਹੈ। ਠੀਕ ਹੈ ਜੀ, ਇਕਾਤਮਕ ਨਹੀਂ ਵੰਡੀ ਨਹੀਂ ਜਾ ਸਕਦੀ, ਇਕਾਤਮਕ ਅਨੁਸਾਰ ਤੇ ਬਹੁਵਾਦੀ ਅਨੁਸਾਰ ਵੰਡੀ ਜਾ ਸਕਦੀ ਹੈ। ਪਰ ਉਹਨਾਂ ਦਾ ਕਹਿਣਾ ਠੀਕ ਨਹੀਂ ਹੈ ਕਿ ਉਹ ਸਰਕਾਰੀ ਅਧਿਕਾਰ ਨੂੰ ਵੰਡ ਨੂੰ ਪ੍ਰਭੂਸੱਤਾ ਵੰਡ, ਠੀਕ ਹੈ, ਮਤਲਬ ਇਹਦਾ ਮਤਲਬ ਇਹ ਹੈ ਵੀ ਉਹ ਜਿਹੜੇ ਵਿਅਕਤੀ ਹੈ ਉਹ ਉਹਨੂੰ ਵੰਡ ਨਹੀਂ ਸਕਦੇ। ਚਾਹੇ ਇਕਾਤਮਕ ਇਹ ਕਹਿੰਦੇ ਆ ਵੰਡੀ ਨਹੀਂ ਜਾ ਸਕਦੀ, ਦੂਸਰੇ ਕਹਿੰਦੇ ਵੰਡੀ ਜਾ ਸਕਦੀ ਹੈ। ਠੀਕ ਹੈ, ਪਰ ਪ੍ਰਭੂਸੱਤਾ ਜਿਹੜੀ ਹੈ ਇੰਡੀਵਿਜ਼ਬਿਲਿਟੀ ਹੈ, ਉਹਦੀ ਅਖੰਡਤਾ ਹੈ, ਉਹ ਵੰਡੀ ਜਿਹੜੀ ਨਹੀਂ ਜਾ ਸਕਦੀ। ਠੀਕ ਹੈ ਜੀ, ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਐਬਸੋਲੂਟਨੈਸ, ਨਿਰਪੇਖਤਾ। ਰਾਜ ਦੀ ਪ੍ਰਭੂਸੱਤਾ ਨਿਰਪੇਖ ਅਤੇ ਅਸੀਮ ਹੁੰਦੀ ਹੈ। ਇਸ ਦਾ ਅਰਥ ਹੈ ਕਿ ਰਾਜ ਵਿੱਚ ਕੋਈ ਹੋਰ ਕਾਨੂੰਨੀ ਸ਼ਕਤੀ ਨਹੀਂ ਹੈ, ਪ੍ਰਭੂਸੱਤਾ ਨਾਲੋਂ ਉਚੇਰੀ ਤੇ ਪਰਮ ਨਹੀਂ ਹੋ ਸਕਦੀ। ਇਉਂ ਪ੍ਰਭੂਸੱਤਾ ਦੀ ਨਿਰਪੇਖਤਾ ਦਾ ਭਾਵ ਇਹ ਹੋਇਆ ਕਿ ਅੰਦਰੂਨੀ ਤੌਰ ਤੇ ਸਰਵ ਸ਼ਕਤੀ ਹੈ, ਇਸ ਤਰ੍ਹਾਂ ਬਾਹਰੀ ਤੌਰ ਤੇ ਵੀ ਇਸ ਨਾਲੋਂ ਉਚੇਰੀ ਕੋਈ ਸ਼ਕਤੀ ਨਹੀਂ ਹੈ। ਠੀਕ ਹੈ ਜੀ, ਆਪਾਂ ਦੋ ਤਰ੍ਹਾਂ ਦੀ ਗੱਲ ਕਰਦੇ ਹਾਂ ਵੀ ਇੱਕ ਤਾਂ ਇਹ ਅੰਦਰੂਨੀ ਪ੍ਰਭੂਸੱਤਾ ਹੋਊਗੀ, ਇੱਕ ਬਾਹਰੀ ਪ੍ਰਭੂਸੱਤਾ ਹੋਊਗੀ। ਬਾਹਰੀ ਪ੍ਰਭੂਸੱਤਾ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਥੋਂ ਨੀਰਵ ਮੋਦੀ ਵਗੈਰਾ ਸਾਡੇ ਉਹ ਭੱਜ ਗਏ, ਜਦੋਂ ਨਿਕਲ ਗਏ ਇੱਥੋਂ, ਤਾਂ ਹੁਣ ਆਪਾਂ ਇੰਟਰਨੈਸ਼ਨਲ ਸੰਧੀਆਂ ਦੁਆਰਾ, ਇੰਟਰਨੈਸ਼ਨਲ ਕੋਸਟਲ ਦਫ਼ਤਰ ਦੁਆਰਾ ਉਹਨੂੰ ਬੁਲਾਉਣ ਦੀ ਵਾਪਸ ਗੱਲ ਕਰ ਰਹੇ ਹਾਂ ਕਿ ਮਤਲਬ ਸਾਡੇ ਜਿਹੜੇ ਅਧਿਕਾਰ ਖੇਤਰ ਉਹ ਸੋਵਰੈਂਟੀ ਤੋਂ ਬਾਹਰ ਚਲੇ ਗਏ। ਉੱਥੇ ਉਹਨਾਂ ਦੇ ਉੱਪਰ ਇੰਗਲੈਂਡ ਦਾ ਕਾਨੂੰਨ ਲਾਗੂ ਹੁੰਦਾ ਹੈ, ਕੋਈ ਕੈਨੇਡਾ ਚਲਾ ਗਿਆ, ਕੋਈ ਅਮਰੀਕਾ ਚਲਾ ਗਿਆ, ਅਮਰੀਕਾ ਦੇ ਵੀ ਸਾਰੇ ਉਹ ਭੱਜ ਗਏ, ਨੀਰਵ ਮੋਦੀ ਹੋ ਗਿਆ, ਵਿਜੇ ਮਾਲਿਆ ਹੋ ਗਿਆ,
ਇਹ ਸਾਰੇ ਇੱਥੋਂ ਪੈਸਾ ਲੈ ਕੇ ਮਤਲਬ ਕੂਚ ਕਰ ਗਏ, ਬੈਂਕ ਵਾਲੇ ਹੋ ਗਏ, ਤਾਂ ਹੁਣ ਉਹ ਆਪਣਾ ਸਾਡਾ ਅਧਿਕਾਰ ਖੇਤਰ ਛੱਡ ਕੇ ਦੂਜੀ ਪ੍ਰਭੂਸੱਤਾ ਵਿੱਚ ਐਂਟਰ ਹੋ ਗਏ। ਠੀਕ ਹੈ ਜੀ। ਇਸੇ ਤਰ੍ਹਾਂ ਅਗਲਾ ਆਪਣੇ ਕੋਲ ਪੁਆਇੰਟ ਆਉਂਦਾ ਹੈ ਵਿਦਿਆਰਥੀਓ, ਓਰੀਜਨੈਲਿਟੀ, ਵੀ ਮੌਲਿਕਤਾ। ਮੌਲਿਕਤਾ ਦਾ ਮਤਲਬ ਹੁੰਦਾ ਹੈ ਵੀ ਮੌਲਿਕਤਾ ਦੁਆਰਾ ਸਾਡਾ ਭਾਵ ਇਹ ਹੈ ਕਿ ਸਰਵ ਸ਼ਕਤੀਮਾਨ ਆਪਣੇ ਅਧਿਕਾਰ ਦੇ ਕਾਰਨ ਸ਼ਕਤੀ ਨੂੰ ਚਲਾਉਂਦਾ ਹੈ, ਨਾ ਕਿ ਕਿਸੇ ਦਇਆ ਦੇ ਗੁਣ ਦੇ ਨਾਲ। ਠੀਕ ਹੈ ਜੀ। ਜਿਹੜੀ ਉਹਨੂੰ ਪਾਵਰ ਦਿੱਤੀ ਹੋਈ ਹੈ ਸੰਵਿਧਾਨ ਨੇ, ਉਹਦੇ ਅਨੁਸਾਰ ਜਿਹੜੇ ਉਹ ਸ਼ਕਤੀ ਨੂੰ ਚਲਾਉਂਦਾ ਹੈ, ਨਾ ਕਿ ਕਿਸੇ ਦਇਆ ਤੇ ਗੁਣ ਨਾਲ। ਠੀਕ ਹੈ ਜੀ। ਇਹ ਫਿਰ ਸਾਡੇ ਕੋਲ ਉਹੀ ਪੁਆਇੰਟ ਆ ਜਾਂਦਾ ਹੈ ਵੀ ਰਾਜ ਦੀ ਦੇਵੀ ਸ਼ਕਤੀਆਂ ਦਾ ਸਿਧਾਂਤ, ਇਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਜਿਹੜੀ ਪ੍ਰਭੂ ਹੈ, ਸੋਵਰਨ ਪ੍ਰਭੂ ਹੈ ਸਾਡਾ ਇੱਕ, ਤੇ ਉਹਦੇ ਅਨੁਸਾਰ ਦੁਆਰਾ ਬਣਾਏ ਕਾਨੂੰਨ ਸਾਡੇ ਲਈ ਮੰਨਣਯੋਗ ਹੈ। ਸਾਡਾ ਇੱਕ ਰਾਜਾ ਹੈ, ਰਾਜੇ ਦੁਆਰਾ ਦੱਸੀਆਂ ਹੋਈਆਂ ਗੱਲਾਂ ਸਾਡੇ ਲਈ ਮੰਨਣਯੋਗ ਹੈ। ਠੀਕ ਹੈ ਜੀ। ਇਸ ਤਰ੍ਹਾਂ ਪ੍ਰਭੂ ਸੱਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਾਂ ਕੁਝ ਲੇਖਕ ਇਹ ਵੀ ਗੱਲ ਕਰਦੇ ਆ ਵੀ ਇਹ ਜਦੋਂ ਪ੍ਰਭੂ ਸੱਤਾ ਲਾਗੂ ਹੋਣ ਦਾ ਹੁੰਦੀ ਹੈ ਤਾਂ ਉਹਦਾ ਕਹਿੰਦੇ ਪ੍ਰਭੂ ਸੱਤਾ ਨਿਰਪੇਖ ਨਹੀਂ ਹੈ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਬੰਧਨ ਰਾਜ ਨੇ ਆਪਣੀ ਮਰਜ਼ੀ ਨਾਲ ਸਵੀਕਾਰ ਕੀਤੀ ਹਨ। ਜੇ ਚਾਹੇ ਤਾਂ ਉਹਨੂੰ ਅੱਖੋਂ ਪਰੋਲੇ ਵੀ ਉਹ ਕਰ ਸਕਦਾ ਹੈ। ਇਸ ਕਰਕੇ ਪ੍ਰਭੂ ਸੱਤਾ ਦੀ ਜਦੋਂ ਆਪਾਂ ਇਸ ਜਿਹੜੀ ਅੱਜ ਵਿਸ਼ੇ ਦੇ ਉੱਪਰ ਵਿਦਿਆਰਥੀ ਉੱਪਰ ਗੱਲ ਕੀਤੀ ਵੀ ਪ੍ਰਭੂ ਸੱਤਾ ਇੱਕ ਐਸਾ ਅੰਗ ਹੈ ਸਟੇਟ ਦਾ ਜਿਹੜਾ ਕਿ ਬੜਾ ਮਹੱਤਵਪੂਰਨ ਹੈ। ਠੀਕ ਹੈ ਜੀ। ਤੇ ਪ੍ਰਭੂ ਸੱਤਾ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਨੇ। ਜਦੋਂ ਪ੍ਰਭੂ ਸੱਤਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਦਾ ਜਿਹੜਾ ਇਤਿਹਾਸ ਹੈ ਥੋੜ੍ਹਾ ਜਿਹਾ ਆਪਾਂ ਉਹ ਵੀ ਦੇਖ ਲਈਏ, ਇਹਦੇ ਬਾਰੇ ਤਾਂ ਆਪਾਂ ਥੋੜ੍ਹੀ ਗੱਲ ਹੀ ਕਰ ਲਈਏ। ਠੀਕ ਹੈ ਜੀ। ਜਿੱਦਾਂ ਹੁਣ ਵੱਖ-ਵੱਖ ਵਿਦਵਾਨ ਹੈ, ਉਹਨਾਂ ਦਾ ਕਿਆ ਖਿਆਲ ਹੈ ਪ੍ਰਭੂ ਸੱਤਾ ਬਾਰੇ, ਥੋੜ੍ਹੀ ਜਿਹੀ ਡਿਸਕਸ਼ਨ ਆਪਾਂ ਉਹਦੇ ਬਾਰੇ ਕਰ ਲੈਂਦੇ ਹਾਂ। ਜਿੱਦਾਂ ਪਹਿਲਾਂ ਸਾਡੇ ਕੋਲ ਬੋਧਨ ਦੀ ਆਪਾਂ ਗੱਲ ਕੀਤੀ ਹੈ ਵੀ ਉਹ ਕਿਆ ਗੱਲ ਕਹਿੰਦਾ, ਆਪਾਂ ਥੋੜ੍ਹੀ ਡਿਸਕਸ ਉਹਦੇ ਵਿੱਚ ਕਰਦੇ ਹਾਂ। ਵੀ ਪਹਿਲਾਂ ਇਹ ਕਹਿੰਦਾ ਹੈ ਵੀ ਬੋਧਨ ਇੱਕ ਫਰਾਂਸੀਸੀ ਲੇਖਕ ਸੀ। ਪਹਿਲੀ ਵਾਰ 16ਵੀਂ ਸਦੀ ਵਿੱਚ ਉਸਦੀਆਂ ਲਿਖਤਾਂ ਨੇ ਪ੍ਰਭੂ ਸੱਤਾ ਸੰਬੰਧੀ ਆਧੁਨਿਕ ਵਿਚਾਰ ਪੇਸ਼ ਕੀਤੇ। ਠੀਕ ਹੈ ਜੀ। ਉਹ ਕਹਿੰਦਾ ਵੀ ਪ੍ਰਭੂ ਸੱਤਾ ਨਾਗਰਿਕਾਂ ਅਤੇ ਪ੍ਰਜਾ ਉੱਤੇ ਉਹ ਸਰਵਸ਼੍ਰੇਸ਼ਟ ਸ਼ਕਤੀ ਹੈ ਜਿਸ ਨੂੰ ਕਾਨੂੰਨ ਸੀਮਤ ਨਹੀਂ ਕਰ ਸਕਦਾ। ਇਹ ਆਖ ਕੇ ਉਹ ਪ੍ਰਭੂ ਸੱਤਾ ਦੇ ਸਥਾਈ ਹੋਣ ਤੇ ਜ਼ੋਰ ਦਿੰਦਾ ਹੈ ਅਤੇ ਦੱਸਦਾ ਹੈ ਕਿ ਪ੍ਰਭੂ ਸੱਤਾ ਉੱਤੇ ਉਸ ਸਮੇਂ ਦੀ ਕੋਈ ਸੀਮਾ ਲਾਗੂ ਨਹੀਂ ਹੁੰਦੀ। ਬੋਧਨ ਅਨੁਸਾਰ ਪ੍ਰਭੂ ਸੱਤਾਧਾਰੀ ਪ੍ਰਮੁੱਖ ਕਾਰਜ ਕਾਨੂੰਨ ਬਣਾਉਣਾ ਹੈ ਤੇ ਪ੍ਰਭੂ ਆਪਣੇ ਇਸ ਤਰ੍ਹਾਂ ਬਣਾਏ ਕਾਨੂੰਨਾਂ ਤੋਂ ਉਚੇਰਾ ਤੇ ਸੁਤੰਤਰ ਹੁੰਦਾ ਹੈ। ਪ੍ਰਭੂ ਦੇਵੀ ਕਾਨੂੰਨ ਡਿਵਾਈਨ ਲਾ ਜਾਂ ਪ੍ਰਕਿਰਤੀ ਕਾਨੂੰਨ ਦੇ ਅਧੀਨ ਹੁੰਦਾ ਹੈ, ਉਹ ਪਰਮਾਤਮਾ ਦੇ ਅੱਗੇ ਉੱਤਰਦਾਈ ਹੁੰਦਾ ਹੈ। ਇਉਂ ਬੋਧਨ ਕਾਨੂੰਨੀ ਪ੍ਰਭੂ ਸੱਤਾ ਦਾ ਵਰਣਨ ਕਰਦਾ ਹੈ ਜੋ ਕਿਸੇ ਇਕੱਲੇ ਵਿਅਕਤੀ ਸੰਸਥਾਵਾਂ ਦੇ ਹੱਥਾਂ ਵਿੱਚ ਹੋ ਸਕਦੀ ਹੈ, ਪਰ ਬੋਧਨ ਅਨੁਸਾਰ ਇਸ ਦਾ ਕਿਸੇ ਸੰਸਥਾ ਨਾਲੋਂ ਇੱਕ ਬੰਦੇ ਦੇ ਹੱਥ ਵਿੱਚ ਹੋਣਾ ਚੰਗਾ ਹੈ। ਠੀਕ ਹੈ ਜੀ। ਇਹਨਾਂ ਦੇ ਆਪਣਾ ਵਿਚਾਰ ਹੈ। ਹੌਬਸ ਲੋਕ ਰੂਸੋ ਕਿਆ ਕਹਿੰਦੇ ਆ? ਹੌਬਸ ਲੋਕ ਰੂਸੋ ਕਹਿੰਦਾ ਹੈ ਵੀ ਹੌਬਸ ਨੇ ਬੋਧਨ ਦੇ ਨਿਰਪੱਖਵਾਦੀ ਵਿਚਾਰਾਂ ਦੀ ਪੈਰਵੀ ਕਰਦਿਆਂ ਆਪਣਾ ਸਿਧਾਂਤ ਪੇਸ਼ ਕੀਤਾ ਹੈ, ਜਿਸ ਅਨੁਸਾਰ ਕੇਵਲ ਕਾਨੂੰਨੀ ਪ੍ਰਭੂਸੱਤਾ ਹਰ ਪੱਖੋਂ ਨਿਰਪੱਖ ਤੇ ਸਰਵਸ਼੍ਰੇਸ਼ਟ ਹੁੰਦੀ ਹੈ ਤੇ ਉਸ ਵਿੱਚ ਹਰ ਪ੍ਰਕਾਰ ਦੇ ਕਾਨੂੰਨ ਬਣਾਉਣ ਦੀ ਸਮਰੱਥਾ ਹੁੰਦੀ ਹੈ। ਠੀਕ ਹੈ ਜੀ। ਅਗਲਾ ਹੈਗਾ ਲੋਕ ਆਪਣੇ ਕੋਲ। ਲੋਕ ਕਹਿੰਦਾ ਹੈ ਪ੍ਰਭੂ ਸੱਤਾ ਦੀ ਥਾਂ ਸਰਵਸ਼੍ਰੇਸ਼ਟ ਸ਼ਕਤੀ ਦਾ ਸ਼ਬਦ ਵਰਤਦਾ ਹੈ। ਉਸ ਦੇ ਵਿਚਾਰ ਅਨੁਸਾਰ ਰਾਜ ਵਿੱਚ ਦੋ ਸਰਵਸ਼੍ਰੇਸ਼ਟ ਸ਼ਕਤੀਆਂ ਹੁੰਦੀਆਂ ਹਨ, ਸਮਾਜ ਅਤੇ ਸਰਕਾਰ। ਇਹਨਾਂ ਦੋਹਾਂ ਵਿੱਚੋਂ ਸਮਾਜ ਹਮੇਸ਼ਾ ਵਧੇਰੇ ਸ਼ਕਤੀਸ਼ਾਲੀ ਤੇ ਸਰਵਸ਼੍ਰੇਸ਼ਟ ਹੁੰਦਾ ਹੈ, ਪਰ ਇਸ ਸ਼ਕਤੀ ਦੀ ਵਰਤੋਂ ਉਦੋਂ ਹੀ ਹੁੰਦੀ ਹੈ ਜਦੋਂ ਇੱਕ ਸਰਕਾਰ ਤੋੜ ਦਿੱਤੀ ਜਾਂਦੀ ਹੈ ਤੇ ਦੂਸਰੀ ਨਵੀਂ ਸਰਕਾਰ ਬਣਾਈ ਜਾਂਦੀ ਹੈ। ਠੀਕ ਹੈ ਜੀ। ਰੂਸੋ ਦੇ ਅਨੁਸਾਰ ਉਹ ਜਨਰਲ ਵਿਲ ਦੀ ਗੱਲ ਕਰਦਾ ਹੈ ਵੀ ਜਨਰਲ ਪ੍ਰਭੂ ਹੈ। ਉਸਦਾ ਖਿਆਲ ਹੈ ਕਿ ਪ੍ਰਭੂ ਸੱਤਾ ਨਿਰੰਕੁਸ਼, ਸਦੀਵੀ, ਅਖੰਡ ਤੇ ਅਪਰਿਵਰਤਕ ਹੁੰਦੀ ਹੈ ਅਤੇ ਇਹ ਸਥਾਈ ਰੂਪ ਵਿੱਚ ਰਾਜ ਨਾਮ ਦੀ ਸੰਸਥਾ ਵਿੱਚ ਨਿਵਾਸ ਕਰਦੀ ਹੈ। ਪ੍ਰਭੂ ਸੱਤਾ ਦੇ ਆਤਮਿਕ ਸਿਧਾਂਤ ਦਾ ਮੂਲ ਸੋਮਾ ਰੂਸੋ ਦੀ ਵਿਆਪਕ ਪ੍ਰਭੂ ਸੱਤਾ ਦਾ ਵਿਚਾਰ ਹੀ ਹੈ। ਠੀਕ ਹੈ ਜੀ। ਤੋ ਇਸ ਕਰਕੇ ਇੱਕ ਇਹਦਾ ਸਿਧਾਂਤ ਹੈ ਪ੍ਰਭੂ ਸੱਤਾ ਦਾ, ਬੜੇ ਮਹੱਤਵਪੂਰਨ ਨੇ ਸਾਡੇ ਸਿਧਾਂਤ ਦਿੱਤੇ ਇਹਨਾਂ ਵਿਚਾਰਕਾਂ ਨੇ। ਇਸ ਕਰਕੇ ਇਹ ਇਸੇ ਗੱਲ ਉੱਤੇ ਹਮੇਸ਼ਾ ਜ਼ੋਰ ਦਿੰਦੇ ਹੈ ਵੀ ਪ੍ਰਭੂ ਸੱਤਾ ਦੇ ਜਿਹੜੇ ਰੂਪ ਹੈ ਉਹ ਵੱਖ-ਵੱਖ ਹੋ ਸਕਦੇ ਹੈ। ਠੀਕ ਹੈ ਜੀ। ਕਿ ਜਿਹੜੀਆਂ ਪ੍ਰਭੂ ਸੱਤਾ ਦੀਆਂ ਕਲਾਸੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਥੋੜ੍ਹੀਆਂ ਉਹਨਾਂ ਬਾਰੇ ਦੇਖ ਲੈਂਦੇ ਹਾਂ ਵੀ ਪ੍ਰਭੂ ਸੱਤਾ ਇੱਕ ਨਾਮਾਤਰ ਪ੍ਰਭੂ ਸੱਤਾ ਹੈ। ਜਿੱਦਾਂ ਆਪਾਂ ਨਾਮਾਤਰ ਪ੍ਰਭੂ ਸੱਤਾ ਦੀ ਗੱਲ ਕਰਦੇ ਹਾਂ, ਨੋਮੀਨਲ ਔਰ ਟਿਟੂਲਰ ਸੋਵਰੇਨਟੀ। ਨਾਮਾਤਰ ਪ੍ਰਭੂ ਸੱਤਾ ਦਾ ਅਰਥ ਕੇਵਲ ਨਾਂ ਦਾ ਹੀ ਪ੍ਰਭੂ ਮੰਨਿਆ ਜਾਣਾ ਹੈ। ਬੀਤਿਆ ਸਮੇਂ ਵਿੱਚ ਅਨੇਕੋਂ ਸਮਰਾਟ ਹੁੰਦੇ ਸਨ, ਉਹ ਰਾਜ ਦੀ ਪ੍ਰਭੂ ਸੱਤਾ ਦਾ ਸਾਕਾਰ ਰੂਪ ਹੁੰਦੇ ਸਨ। ਠੀਕ ਹੈ ਜੀ। ਇਸ ਕਰਕੇ ਇਹ ਸਾਡੇ ਕੋਲ ਅੱਜ ਦਾ ਜਿਹੜਾ ਵਿਸ਼ਾ ਸੀਗਾ ਵਿਦਿਆਰਥੀਓ, ਇਹ ਜਿਹੜਾ ਸੋਵਰੈਂਟੀ ਦਾ ਸੀਗਾ, ਇਹ ਵੱਡਾ ਵਿਸ਼ਾ ਹੈ। ਠੀਕ ਹੈ। ਇਹਦੇ ਬਾਰੇ ਆਪਾਂ ਹੋਰ ਵੀ ਲੈਕਚਰਾਂ ਬਾਰੇ ਗੱਲ ਕਰਾਂਗੇ, ਲੈਕਚਰਾਂ ਵਿੱਚ ਗੱਲ ਕਰਾਂਗੇ। ਤੇ ਅੱਜ ਵਾਸਤੇ ਇੰਨਾ ਹੀ। ਧੰਨਵਾਦ।